ਵੱਟੂ ਤੇਰੇ ਜਾਨ ਨਿਸਾਰ ਮੈਨੂੰ ਤਾਂ ਮੁਬਾਰਕਬਾਦਾਂ ਆਉਣ ਲੱਗ ਪਈਆਂ ਨੇ ਤੇ ਆਉਣ ਵਾਲੇ ਵਕਤ ਦਾ ਇਨਸ਼ਾਅੱਲਾ ਮੈਂ ਐਮਐਨਏ ਆ। ਇਹ ਆਵਾਮ ਹੈ ਜਿਹੜੀ ਨਵੇਂ ਬੰਦੇ ਨੂੰ ਅੱਗੇ ਲਿਆਉਣਾ ਚਾਹੁੰਦੀ ਏ ਤੇ ਜਿਸ ਤਰ੍ਹਾਂ ਪਿੰਡਾਂ ਦੇ ਪਿੰਡ ਮੇਰੀ ਹਮਾਇਤ ਕਰ ਰਹੇ ਨੇ, ਮੈਂ ਤੁਹਾਨੂੰ ਉਹਨਾਂ ਲੋਕਾਂ ਦੀ ਮਿਸਾਲ ਨਹੀਂ ਦੱਸ ਸਕਦਾ ਤੇ ਮਹਿੰਗ ਭਾਈ ਹੈ ਜਿਹੜੀ ਉਹ ਖਤਮ ਕਰਾਂ। ਸਾਰੀ ਇਮਰਾਨ ਖਾਨ ਤੇ ਨਵਾਜ਼ ਸ਼ਰੀਫ ਤੇ ਆਸਫ ਅਲੀ ਜ਼ਰਦਾਰੀ ਨਹੀਂ ਖਤਮ ਕਰ ਸਕੇ, ਤੁਸੀਂ ਕਿੰਜ ਕਰ ਲਓ? ਅਗਰ ਕੋਈ ਅੱਛਾ ਨੁਮਾਇੰਦਾ ਜਾ ਕੇ ਨੁਮਾਇੰਦਗੀ ਕਰੇ ਅਸੈਂਬਲੀ ਹਾਲ ਵਿੱਚ ਤੇ ਹੋ ਸਕਦੀ ਏ। ਮੈਨੇ ਮਮਾ ਹਸਨ ਵੱਟੂ ਜ਼ਿੰਦਾਬਾਦ, ਮੈਨੇ ਮਮਾ ਹਸਨ ਵੱਟੂ ਜ਼ਿੰਦਾਬਾਦ। ਬਿਸਮਿਲ੍ਲਾ। ਤੇ ਐਕਟੀ ਅੱਲਾਹ ਤਾਲਾ ਨੇ ਮੌਕਾ ਦਿੱਤਾ ਐਮਐਨਏ ਦੀ ਸੀਟ ਦੇ ਇਲੈਕਸ਼ਨ ਲੜ ਰਹੇ ਹਾਂ ਤੇ ਵੋਟ ਦੇ ਕੇ ਕਾਮਯਾਬ ਕਰੋ ਮੈਨੂੰ। ਤੇ ਜ਼ਾਤ ਲੜਨ ਦਾ ਸਿਰਫ ਮਕਸਦ ਹੈ ਵੀ ਮੈਂ ਇੱਕ ਆਮ ਬੰਦੇ ਦਾ ਜ਼ਿਹਨ ਖੋਲ੍ਹਣਾ ਚਾਹੁੰਦਾ, ਮਜ਼ਦੂਰਦਾਰ ਦਾ ਜ਼ਿਹਨ ਖੋਲ੍ਹਣਾ ਚਾਹੁੰਦਾ। ਬਿਲਕੁਲ ਤੁਹਾਨੂੰ ਡਰਨ ਦੀ ਝਕਣ ਦੀ ਲੋੜ ਨਹੀਂ ਹੈ ਵੀ ਜ਼ਿੰਦਗੀ ਮੌਤ ਅੱਲਾਹ ਕੋਲ ਹੈ। ਤੇ ਤੁਹਾਡਾ ਮਜ਼ਦੂਰ ਭਰਾ, ਤੁਹਾਡਾ ਗਰੀਬ ਭਰਾ ਸਾਹਮਣੇ ਆਇਆ है। इस वक्त मैं मौजूद हूँ लाला मूसा के अंदर और मेरे साथ जो शख्स बैठे हैं ना ही इनकी शादी है और ना ही ये दूल्हा है, बल्कि अहले मोहल्ला ने इनका भरपूर इस्तकबाल किया है। इसकी वजह ये है कि ये उम्मीदवार हैं NA 70 से MNA के। मंजूर हुसैन वट्टो इनका नाम है, इनसे बात करेंगे। अस्सलाम वालेकुम जी वालेकुम सलाम। वट्टो साहब, सबसे पहले तो आपको मुबारकबाद कि आपने एक बिल्कुल मतवसत तबके से होते हुए आपने अपने कागजात जमा कराए MNA के NA 70 से। तो ये बताइएगा कि ये किस तरह ख्याल आपके ज़हन में है? NA 70 है ਜਿਹੜਾ ਇਹ ਸਿਆਸਤ ਦਾ ਗੜ੍ਹ ਹੈ। ਕਾਫ ਲੀਗ ਦਾ, ਪੀਪਲ ਪਾਰਟੀ ਦਾ, PTI ਦਾ, ਨੂਨ ਲੀਗ ਦਾ, ਜਮਾਤ ਇਸਲਾਮੀ ਦਾ। ਤੇ ਜ਼ਿਮਨੀ ਇਲੈਕਸ਼ਨ ਦਾ ਜਿਸ ਵੇਲੇ ਐਲਾਨ ਹੋਇਆ ਹੈ ਤੇ ਮੈਨੂੰ ਮੇਰੀ ਬਲਾਦਰੀ ਨੇ, ਮੇਰੇ ਰਿਸ਼ਤੇਦਾਰਾਂ ਨੇ, ਮੇਰੇ ਯਾਰਾਂ ਦੋਸਤਾਂ ਨੇ ਮਜਬੂਰ ਕੀਤਾ ਹੈ ਵੀ ਤੁਸੀਂ NA 70 ਵਿੱਚ ਇਲੈਕਸ਼ਨ ਲੜੋ, ਤੁਹਾਡੀ ਬੜੀ ਜ਼ਰੂਰਤ ਹੈ ਪਬਲਿਕ ਨੂੰ। ਤੇ ਇਸ ਟਾਈਮ ਜਿਹੜੀ ਮਹਿੰਗ ਭਾਈ ਹੈ, ਬੇਰੁਜ਼ਗਾਰੀ ਹੈ, ਗੁਰਬਤ ਹੈ, ਕਾਰੋਬਾਰ ਨਹੀਂ ਹੈ, ਗਰੀਬ ਬੰਦੇ ਦਾ ਬਹੁਤ ਮੁਸ਼ਕਲ ਹੋ ਗਿਆ ਜੀਣਾ। ਇੱਕ ਮਜ਼ਦੂਰ ਹੈ, ਉਹਨੇ ਸਾਰੀ ਦਿਹਾੜੀ ਸਿਰ ਦੇ ਟੋਕਰੀ ਚੁੱਕਣੀ ਤੇ 1000 ਰੁਪਏ ਉਹਨੇ ਸ਼ਾਮੀ ਕਮਾਉਣਾ ਤੇ ਉਹਦੇ ਨਾਲ ਵੀ ਉਹਦੇ ਬੱਚਿਆਂ ਨੂੰ ਪੇਟ ਭਰ ਕੇ ਰੋਟੀ ਨਹੀਂ ਲੱਭਣੀ ਹੈ ਜੀ। ਅਸੈਂਬਲੀ ਹਾਲ ਵਿੱਚ ਜਿਹੜਾ ਵੀ MP MN ਬਣ ਕੇ ਜਾਂਦਾ ਹੈ ਗਰੀਬ ਦੀ, ਮਜ਼ਦੂਰ ਦੀ ਗੱਲ ਬਿਲਕੁਲ ਨਹੀਂ ਕਰਦਾ ਹੈ ਵੀ। ਤੇ ਮੈਂ ਮਜ਼ਦੂਰ ਤਬਕੇ ਨਾਲ ਮੇਰਾ ਤਲਕ ਹੈ ਔਰ ਬਤੌਰੇ ਅਵਾਮੀ ਭੱਠਾ ਮਜ਼ਦੂਰ ਯੂਨੀਅਨ ਪੰਜਾਬ ਇਹਦਾ ਸਦਰ ਵੀ ਹਾਂ। ਮੈਂ ਮਜ਼ਦੂਰਾਂ ਦੀ ਨੁਮਾਇੰਦਗੀ ਕਰ ਰਿਹਾ ਤੇ ਮੈਨੂੰ ਮੇਰੇ ਮਜ਼ਦੂਰ ਸਾਥੀਆਂ ਨੇ ਮਜਬੂਰ ਕੀਤਾ ਤੇ ਮੈਂ NA 70 ਵਿੱਚ MNA ਦੇ ਕਾਗਜ਼ ਨੇ ਜਿਹੜੇ ਜਮ੍ਹਾਂ ਕਰਾਏ ਨੇ, ਉਹ ਇਲੈਕਸ਼ਨ ਕਮਿਸ਼ਨ ਸਾਹਿਬ ਨੇ ਮੇਰੇ ਕਾਗਜ਼ ਮਨਜ਼ੂਰ ਕਰਦਿਆਂ ਹੋਇਆ ਉਹਨਾਂ ਆਖਿਆ ਤੁਸੀਂ ਜਾ ਕੇ ਆਪਣਾ ਇਲੈਕਸ਼ਨ ਦਾ ਆਗਾਜ਼ ਕਰੋ। ਸਾਹਿਬ ਇਹ ਦੱਸੋ ਕਿ ਮੋਸਟਲੀ ਇਹ ਬਹੁਤ ਪਾਵਰਫੁਲ ਹਲਕਾਵੇ, ਕਮਰਜ਼ਮਾਨ ਕਾਇਰਾ ਸਾਹਿਬ, ਫੈਜ਼ੁਲ ਹਸਨ ਸ਼ਾਹ ਸਾਹਿਬ, ਬਹੁਤ ਵੱਡੇ ਵੱਡੇ ਇੱਥੇ ਨਾਂ ਨੇ। ਤੁਸੀਂ ਇਹਨਾਂ ਦੇ ਮੁਕਾਬਲੇ ਤੇ ਇਲੈਕਸ਼ਨ ਲੜ ਰਹੇ ਹੋ, ਕੀ ਸਮਝਦੇ ਹੋ ਕਿ ਲੋਕ ਕਿਉਂ ਤੁਹਾਨੂੰ ਵੋਟ ਦੇਣਗੇ? ਇਸ ਟਾਈਮ ਜਿਹੜੀ ਸੂਰਤ ਹਾਲ ਹੈ, ਪਹਿਲਾਂ ਜਾਫਰ ਸਾਹਿਬ ਰਹੇ ਨੇ MNA, ਕਮਰਜ਼ਮਾਨ ਕਾਇਰਾ ਸਾਹਿਬ ਰਹੇ ਨੇ, ਫੈਜ਼ ਹਸਨ ਸਾਹਿਬ ਰਹੇ ਨੇ ਜਿਨ੍ਹਾਂ ਦੀ ਸੀਟ ਤੋਂ ਜ਼ਿਮਨੀ ਇਲੈਕਸ਼ਨ ਹੋ ਰਿਹਾ ਤੇ ਇਹ ਆਵਾਮ ਹੈ ਜਿਹੜੀ ਮੇਰੇ ਖਿਆਲ ਦੇ ਮੁਤਾਬਕ ਨਵੇਂ ਬੰਦੇ ਨੂੰ ਅੱਗੇ ਲਿਆਉਣਾ ਚਾਹੁੰਦੀ ਏ ਤੇ ਜਿਸ ਤਰ੍ਹਾਂ ਪਿੰਡਾਂ ਦੇ ਪਿੰਡ ਮੇਰੀ ਹਮਾਇਤ ਕਰ ਰਹੇ ਨੇ, ਮੇਰੇ ਨਾਲ ਹਮਾਇਤ ਐਲਾਨ ਦਾ ਕਰ ਰਹੇ ਨੇ ਤੇ ਮੈਂ ਤੁਹਾਨੂੰ ਉਹਨਾਂ ਲੋਕਾਂ ਦੀ ਮਿਸਾਲ ਨਹੀਂ ਦੱਸ ਸਕਦਾ। ਮੇਰੇ ਫੇਸਬੁੱਕ ਦੇ, ਮੇਰੇ WhatsApp ਦੇ ਇੰਨੇ ਕੁ ਮੈਸੇਜ ਆ ਰਹੇ ਨੇ ਤੇ ਲੋਕ ਨੇ ਜਿਹੜੇ ਆਸਤਾ ਸਾਹਮਣੇ ਵੀ ਆ ਰਹੇ ਨੇ। ਇਹ ਸੀਟ ਹੈ ਜਿਹੜੀ ਬੜੀ ਇੱਕ ਅਹਿਮ ਸੀਟ ਹੈ ਤੇ ਇਨਸ਼ਾਅੱਲਾ ਮੈਂ MNA ਬਣ ਕੇ ਤੋਰ ਆਪਣੇ ਗਰੀਬ ਤਬਕੇ ਦੀ, ਮਜ਼ਦੂਰ ਤਬਕੇ ਦੀ ਔਰ ਉਹਨਾਂ ਲੋਕਾਂ ਦੀ ਮੈਂ ਆਵਾਜ਼ ਜਿਹੜੀ ਬੁਲੰਦ ਕਰਾਂ ਦਾ ਅਸੈਂਬਲੀ ਹਾਲ ਵਿੱਚ ਜਿਨ੍ਹਾਂ ਦਾ ਅੱਜ ਤਾਈਂ ਕਿਸੇ ਵੀ ਸਿਆਸਤਦਾਨ ਨੇ ਨਾਂ ਲੈਣਾ ਜ਼ਰੂਰੀ ਨਹੀਂ ਸਮਝਿਆ ਹੈ ਵੀ। ਤੇ ਭੱਠਾ ਮਜ਼ਦੂਰ, ਖੇਤ ਮਜ਼ਦੂਰ, ਸਬਜ਼ੀ ਵਾਲਾ, ਰੇਹੜੀ ਵਾਲਾ, ਕਰਿਆਨੇ ਵਾਲਾ, ਰਕਸ਼ੇ ਵਾਲਾ, ਡਰਾਈਵਰ, ਕਲਿੰਡਰ, तमाम मजदूरों की आवाज़ मैं बनादा इंशाअल्लाह। मंशूर की है तुहाडा किन्नी की मजदूर की तनख्वाह कम अज़ कम होनी चाहिए? मजदूर की तनख्वाह जी मैं तो हुण मुतालबा कर रहा गौरमेंट अगे घट तो घट 50,000 रुपया महीने की होनी चाहिए है। इस टाइम मौजूदा नोटिफिकेशन जो जारी होया है 25,000 रुपया पर मंथ, वो भी नहीं लभ रही। तुसी विजिट कर सकते हो, पेट्रोल पंप कर सकते हो, भट्ठियां दे कर सकते हो, फैक्ट्रियां कर सकते हो। 15-16,000 तो ज़्यादा तनख्वाह नहीं है भी, 25,000 के भी अमल दरामद नहीं है भी। एक्टिव वोट देना है ਤੇ ਕਾਮਯਾਬ ਕਰਨਾ ਹੈ ਮੈਨੂੰ इंशाअल्लाह। ਤੇ ਇੰਸ਼ਾਅੱਲਾ MNA ਬਣ ਕੇ ਤੁਹਾਡੀ ਖਿਦਮਤ ਕਰਾਂਗੇ। ਬੰਦ ਬਹੁਤ ਜ਼ਿਆਦਾ ਮਦਦ ਕਰਦੇ ਨੇ, ਬੜਾ ਧਿਆਨ ਰੱਖਦੇ ਨੇ ਮਾੜਿਆਂ ਦਾ ਬਹੁਤ ਜ਼ਿਆਦਾ ਹੀ ਧਿਆਨ ਰੱਖਦੇ ਨੇ ਤੇ ਇਹ ਵੇ ਕਿ ਹਰ ਪਾਸੇ ਜਿੱਥੇ ਵੀ ਕੋਈ ਮਸਲਾ ਮਸੈਲ ਹੋਏ ਉਹ ਪਹੁੰਚਦੇ ਨੇ। ਇਹਦਾ ਮਤਲਬ MNA ਇਹਨਾਂ ਦਾ ਬਣਨਾ इंशाअल्लाह जी बनता है।
ਕਿ ਜ਼ਾਹਿਰੀ ਬਾਤ ਹੈ ਤੁਸੀਂ ਹੁਣ ਜਿਹੜੇ 4-5 ਕੈਂਡੀਡੇਟ ਇੱਥੋਂ ਇਹਨੇ 70 ਤੋਂ ਖੜੇ ਨੇ, ਤੁਸੀਂ ਵੀ ਉਹਨਾਂ ਦੇ ਵਿੱਚ ਸ਼ਾਮਲ ਹੋ। ਅਗਰ ਤੁਹਾਨੂੰ ਕੋਈ ਡਰਾ ਧਮਕਾ ਕੇ ਬਿਠਾਉਣ ਵਾਸਤੇ ਆਇਆ ਤੇ ਕਿਆ ਬਹਿ ਜਾਓਗੇ ਕਿਸੇ ਦੇ ਹੱਕ 'ਚ ਕਿ ਕੋਈ ਨਹੀਂ? ਜੀ ਇਨਸ਼ਾਅੱਲਾ ਮੈਂ ਇਲੈਕਸ਼ਨ ਲੜਾਂ ਦਾ ਬਹਿਣਾ ਨਹੀਂ ਹੈ ਵੀ। ਤੇ ਮੇਰੇ ਲੀਡਰ ਨੇ ਜਿਹੜੇ ਡਾਕਟਰ ਅਬਦੁਲ ਮਾਲਿਕ ਸਾਹਿਬ ਨੇ, ਬਲੋਚਿਸਤਾਨ ਦੇ ਸਾਬਕਾ ਵਜ਼ੀਰ ਆਲਾ ਬਲੋਚਿਸਤਾਨ ਰਹਿ ਚੁੱਕੇ ਨੇ, ਠੀਕ ਹੈ। ਤੇ ਉਹ ਮੈਨੂੰ ਟਿਕਟ ਜਿਹੜੀ ਘਰ ਉਹਨਾਂ ਨੇ ਪਹੁੰਚਾਈ, ਉਹਨਾਂ ਆਖਿਆ ਟਿਕਟ ਦੇ ਇਲੈਕਸ਼ਨ ਲੜ। ਮੈਂ ਤਾਂ ਸੁਣਿਆ ਪੂਰੇ ਪੰਜਾਬ ਦੀਆਂ ਟਿਕਟਾਂ ਵੀ ਤੁਹਾਡੇ ਹੱਥ ਵਿੱਚ? ਜੀ ਬਿਲਕੁਲ, ਪੂਰੇ ਪੰਜਾਬ ਦੀ ਵਰਕਰ ਕਮੇਟੀ ਦਾ ਮੈਂ ਮੈਂਬਰ ਹਾਂ ਠੀਕ ਹੈ। ਤੇ ਪੂਰੇ ਪੰਜਾਬ ਵਿੱਚ ਉਹਨਾਂ ਨੇ ਮੇਰੀ ਡਿਊਟੀ ਲਾਈ ਹੈ ਵੀ ਤੁਸੀਂ ਆਪਣੇ ਕੈਂਡੀਡੇਟ ਨੇ ਜਿਹੜੇ ਜ਼ਿਲ੍ਹਿਆਂ ਵਿੱਚ ਖਲਵਾਓ, ਆਪਣੇ ਹਲਕਿਆਂ 'ਚ ਖਲਵਾਓ। ਇਹ ਮੁਖਾਲਫੀਨ ਸੁਣ ਰਹੇ ਨੇ ਤੁਹਾਡੇ ਸਿਆਸੀ ਮੁਖਾਲਫੀਨ ਕਿ ਕੋਈ ਦਿਲ 'ਚ ਉਮੀਦ ਆਸ ਰੱਖਣਗੇ ਤੁਹਾਨੂੰ, ਅਗਰ ਬਾਣ ਆਣਗੇ ਮਿੰਨਤ ਨਾਲ, ਰਿਕੁਐਸਟ ਨਾਲ, ਕੋਈ ਡਰਾ ਧਮਕਾ ਕੇ ਤੁਸੀਂ ਬਹਿ ਜਾਓਗੇ ਕਿ ਨਹੀਂ? ਨਹੀਂ, ਮੈਂ ਅੱਜ ਇੱਕ ਹੋਰ ਬਹੁਤ ਅਹਿਮ ਫੈਸਲਾ ਕੀਤਾ। ਮੇਰੀ ਮੁਸ਼ਾਵਰਤ ਜਿਹੜੀ ਹੋ ਚੁੱਕੀ ਹੈ, ਮੇਰਾ ਲੀਡਰ ਹੈ ਜਿਹੜਾ ਡਾਕਟਰ ਅਬਦੁਲ ਮਾਲਿਕ ਸਾਹਿਬ ਦੇ, ਠੀਕ ਹੈ। ਤੇ ਬਹਰਹਾਲ ਮੈਂ ਇਲੈਕਸ਼ਨ ਹੈ ਜਿਹੜਾ ਆਜ਼ਾਦ ਲੜਾਂ ਦਾ ਸਿਰਫ ਇਸ ਗੱਲ ਕਿਉਂ? ਇੱਕ ਆਮ ਵਰਕਰ ਨੂੰ, ਆਮ ਬੰਦੇ ਨੂੰ ਮੈਂ ਦੱਸਣਾ ਚਾਹੁੰਦਾ, ਜਿਹੜੇ ਸਾਡੇ ਸਿਆਸਤਦਾਨ ਜੰਗੀਰਦਾਰ ਨੇ ਜ਼ਿਲ੍ਹੇ ਗੁਜਰਾਤ ਵਿੱਚ, ਜਿਨ੍ਹਾਂ ਨੇ ਮਾੜਿਆਂ ਨੂੰ ਦਬਾਇਆ, ਜਬਰ ਕਰਦੇ ਨੇ, ਉਹਨਾਂ ਨੂੰ ਸਿਰਫ ਇਹ ਮੈਂ ਦੱਸਣਾ ਚਾਹੁੰਦਾ, ਉਹ ਬਾਅਦ ਵਿੱਚ ਇਹ ਨਾ ਆਖਣ ਵੀ ਇਹਨੇ ਪਾਰਟੀ ਦਾ ਸਹਾਰਾ ਲਿਆ ਤੇ ਪਾਰਟੀ ਦੇ ਟਿਕਟ ਤੋਂ ਇਲੈਕਸ਼ਨ ਲੜ ਲਿਆ। ਤੇ ਮੈਂ ਇਨਸ਼ਾਅੱਲਾ 2 ਤਰੀਕ ਨੂੰ ਮੇਰੀ ਇਲੈਕਸ਼ਨ ਕਮਿਸ਼ਨਰ ਸਾਹਿਬ ਨੇ ਬੁਲਾਇਆ ਮੈਨੂੰ, ਤੇ ਮੈਂ ਆਜ਼ਾਦ ਇਲੈਕਸ਼ਨ ਲੜਾਂ ਦਾ। ਪਾਰਟੀ ਦੀ ਟਿਕਟ ਤੇ ਮੈਂ ਇਲੈਕਸ਼ਨ ਨਹੀਂ ਲੜਨ ਲੱਗਾ। ਤੇ ਮੈਂ ਪਾਰਟੀ ਦੇ ਕਾਇਦੀਨ ਦਾ ਵੀ ਸ਼ੁਕਰੀਆ ਅਦਾ ਕਰਨਾ ਜਿਨ੍ਹਾਂ ਨੇ ਟਿਕਟ ਜਿਹੜੀ ਮੈਨੂੰ ਦਿੱਤੀ ਹੈ, ਔਰ ਮੇਰੀ ਟਿਕਟ ਜਿਹੜੀ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ ਜਮ੍ਹਾਂ ਹੈ। ਅੱਜ ਮੈਂ ਉਹਨਾਂ ਨੂੰ ਲੈਟਰ ਲਿਖ ਕੇ ਆਇਆ, ਦੇ ਕੇ ਆਇਆ ਵੀ ਮੈਂ ਟਿਕਟ ਤੋਂ ਇਲੈਕਸ਼ਨ ਨਹੀਂ ਲੜਨਾ, ਮੈਂ ਆਜ਼ਾਦ ਇਲੈਕਸ਼ਨ ਲੜਨਾ। ਬੱਟੂ ਸਾਹਿਬ, ਇਹ ਕੈਸੀ ਸੋਚ ਹੈ ਕਿ ਪਾਰਟੀ ਨੇ ਤੁਹਾਨੂੰ ਟਿਕਟ ਦਿੱਤਾ ਹੈ, ਹੁਣ ਤੁਸੀਂ ਪਾਰਟੀ ਦਾ ਟਿਕਟ ਰਿਜੈਕਟ ਕਰਕੇ ਤੁਸੀਂ ਫੈਸਲਾ ਕਹਿ ਰਹੇ ਹੋ ਕਿ ਮੈਂ ਆਜ਼ਾਦ ਲੜਨਾ ਹੈ? ਇਹ ਤੇ ਤੁਹਾਡੇ ਹਾਂ, ਅਗਰ ਤੁਸੀਂ ਸੀਟ ਐਨੇ 70 ਦੀ ਜਿੱਤ ਜਾਂਦੇ ਹੋ ਤੇ ਕਿਹਨੂੰ ਤੋਹਫਾ ਦਿਓਗੇ ਸੀਟ? ਸੀਟ ਅਗਰ ਮੈਂ ਜਿੱਤ ਜਾਂਦਾ, ਮੇਰਾ ਤੋਹਫਾ ਜਿਹੜਾ ਮੇਰੇ ਲੀਡਰ ਨੂੰ ਜਾਏਗਾ, ਡਾਕਟਰ ਅਬਦੁਲ ਮਾਲਿਕ ਸਾਹਿਬ ਨੂੰ। ਠੀਕ ਹੈ। ਤੇ ਆਜ਼ਾਦ ਲੜਨ ਦਾ ਸਿਰਫ ਮਕਸਦ ਹੈ ਵੀ ਮੈਂ ਇੱਕ ਆਮ ਬੰਦੇ ਦਾ ਜ਼ਿਹਨ ਖੋਲ੍ਹਣਾ ਚਾਹੁੰਦਾ, ਮਜ਼ਦੂਰਦਾਰ ਦਾ ਜ਼ਿਹਨ ਖੋਲ੍ਹਣਾ ਚਾਹੁੰਦਾ, ਦੁਕਾਨਦਾਰ ਦਾ ਜ਼ਿਹਨ ਖੋਲ੍ਹਣਾ ਚਾਹੁੰਦਾ। ਬਈ ਇਹ MNA MPA ਇੱਕ ਵਿਰਾਸਤ ਨਹੀਂ ਹੈ ਵੀ ਕਿਸੇ ਦੀ, ਇੱਕ ਆਮ ਬੰਦਾ ਵੀ ਸਾਹਮਣੇ ਆ ਸਕਦਾ ਹੈ, ਆਮ ਬੰਦਾ ਵੀ ਇਲੈਕਸ਼ਨ ਲੜ ਸਕਦਾ ਹੈ। ਤੇ ਜਿਸ ਤਰ੍ਹਾਂ ਮੈਂ ਸਾਹਮਣੇ ਆਇਆ, ਐਸੇ ਤਰ੍ਹਾਂ ਆਦ ਬੰਦੇ ਦਾ ਹੱਕ ਹਾਸਲ ਹੈ ਆਪਣੇ ਇਲਾਕੇ ਦੀ ਨੁਮਾਇੰਦਗੀ ਕਰਨ, ਔਰ ਆਪਣੇ ਇਲਾਕੇ ਦੇ ਮਸਲੇ ਮਸਾਇਲ ਨੇ ਅੱਛੇ ਤਰੀਕੇ ਨਾਲ ਅਸੈਂਬਲੀ ਹਾਲ ਵਿੱਚ ਜਾ ਕੇ। ਕਿੰਨੀ ਕੀ ਤੁਹਾਨੂੰ ਉਮੀਦ ਹੈ ਇਲੈਕਸ਼ਨ ਜਿੱਤ ਕੇ, ਜਾਂ ਕਿੰਨੀ ਲੀਡ ਦਿਓਗੇ ਕਿਸੇ ਨੂੰ, ਕਿੰਨੀ ਲੀਡ ਲਵੋਗੇ, ਕੀ ਤੁਹਾਨੂੰ ਲੱਗਦਾ ਹੈ? ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਇਲੈਕਸ਼ਨ ਆ ਗਿਆ ਜੀ। ਤੇ ਮੈਨੂੰ ਤਾਂ ਮੁਬਾਰਕਬਾਦਾਂ ਆਉਣ ਲੱਗ ਪਈਆਂ ਨੇ। ਅੱਛਾ, ਠੀਕ ਹੈ। ਤੇ ਆਉਣ ਵਾਲੇ ਵਕਤ ਦਾ ਇਨਸ਼ਾਅੱਲਾ ਮੈਂ MNA ਹਾਂ। ਨਹੀਂ, ਮੈਂ ਵੇਖਿਆ ਸਭ ਤੋਂ ਜ਼ਿਆਦਾ ਐਕਟਿਵ ਵੀ ਤੁਸੀਂ ਹੋ। ਵੇਖੋ, ਇਹ ਫੁੱਲਾਂ ਦੇ ਹਾਰ ਤੇ ਫੁੱਲਾਂ ਦੀਆਂ ਪੱਤੀਆਂ ਤੇ ਪੂਰਾ ਇਸਤਕਬਾਲ, ਆਵਾਮ ਸਾਰੀ ਤੁਹਾਡੇ ਨਾਲ ਬੈਠੀ। ਜੀ ਇਹ ਮੇਰੇ ਮਹੱਲੇਦਾਰਾਂ ਦੀ ਮਿਹਰਬਾਨੀ ਹੈ, ਮੇਰੇ ਰਿਸ਼ਤੇਦਾਰਾਂ ਦੀਆਂ ਦੁਆਵਾਂ ਨੇ, ਤੇ ਉਹਨਾਂ ਦੀ ਮਿਹਰਬਾਨੀ ਹੈ ਨਾ, ਮੇਰੇ ਨਾਲ ਪਿਆਰ ਕਰਦੇ ਨੇ। ਲਾਲੇ ਮੂਸੇ ਦਾ ਮਸਲਾ ਕੀ ਹੈ ਸਭ ਤੋਂ ਵੱਡਾ ਇਹਨੇ 70 ਹਲਕੇ ਪੂਰੇ ਦਾ? ਇਹਨੇ 70 ਹਲਕੇ ਦਾ ਕਾਫੀ ਮਸਲਾ ਹੈ ਇਰਫਾਨ ਸਾਹਿਬ। ਪਾਣੀ ਦਾ ਤੁਸੀਂ ਹਿਸਾਬ ਲਾ ਸਕਦੇ ਹੋ, ਬਿਜਲੀ ਦਾ ਮਸਲਾ ਹੈ, ਇਹ ਗੰਜਾ ਫਟ ਗਏ, ਇਹਦੀ ਬੜੀ ਜ਼ਿਆਦਾ ਪ੍ਰੋਬਲਮ ਹੈ। ਇੱਥੇ ਪੁੱਲ ਹੋਣਾ ਚਾਹੀਦਾ, ਧਾਮੇ ਵਾਲਾ ਫਟ ਗਏ। ਠੀਕ, ਇਹਦੇ ਤੇ ਪੁੱਲ ਹੋਣਾ ਚਾਹੀਦਾ, ਧਾਮੇ ਵਾਲਾ ਫਟ ਗਏ। ਉੱਥੇ ਪਬਲਿਕ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੇ ਇਹ ਕੰਮ ਨੇ ਜਿਹੜੇ ਜ਼ਰੂਰੀ ਨੇ, ਔਰ ਮੌਜੂਦਾ ਜਿੰਨੇ ਵੀ MNA ਰਹਿ ਚੁੱਕੇ ਨੇ ਕਿਸੇ ਨੇ ਵੀ ਨਹੀਂ ਕੀਤਾ। ਤੇ ਇਨਸ਼ਾਅੱਲਾ ਮੈਂ MNA ਬਣ ਕੇ ਇੰਜ ਦੇ ਕੰਮ ਕਰਾਂਗਾ। ਤੇ ਤੁਹਾਡੀ ਪ੍ਰਾਇੋਰਟੀ ਹੈ ਪੁੱਲ ਹੋਏਗੀ ਕਿ ਦੋਹਾਂ ਪੁੱਲਾਂ ਦੇ ਉੱਤੇ ਪੁੱਲ? ਜੀ ਇਨਸ਼ਾਅੱਲਾ ਪੁੱਲ ਹੋਣ ਦੇ, ਸ਼ਹਿਰ ਦਾ ਪਾਣੀ ਦਾ ਮਸਲਾ ਹੋਵੇਗਾ, ਗਲੀਆਂ ਨਾਲੀਆਂ ਦਾ ਮਸਲਾ ਹੋਵੇਗਾ, ਨਿਕਾਸੀ ਦਾ ਬੜਾ ਮਸਲਾ ਹੈ। ਥੋੜੀ ਜਿਹੀ ਬਾਰਿਸ਼ ਆ ਜੇ ਸ਼ਹਿਰ ਵਿੱਚ ਤੇ ਛੱਪੜ ਖਲੋ ਜਾਂਦੇ ਨੇ, ਤੇ ਇਹ ਆਮ ਬੰਦੇ ਨੂੰ ਬੜੀ ਪਰੇਸ਼ਾਨੀ ਬਣਦੀ ਹੈ। ਲੋਕ ਨਮਾਜ਼ ਪੜ੍ਹਨ ਜਾਂਦੇ ਨੇ, ਉਹਨਾਂ ਦੇ ਕੱਪੜੇ ਖਰਾਬ ਹੋ ਜਾਂਦੇ ਨੇ, ਉਹਨਾਂ ਦੇ ਵਜ਼ੂ ਟੁੱਟ ਜਾਂਦਾ ਹੈ। ਤੇ ਇਹ ਇੱਕ ਬੜਾ ਅਹਿਮ ਮਸਲਾ ਹੈ। MNA ਮਮਾ ਹਸਨ ਬੱਟੂ ਜ਼ਿੰਦਾਬਾਦ। MNA ਮਮਾ ਹਸਨ ਬੱਟੂ ਜ਼ਿੰਦਾਬਾਦ। ਬੱਟੂ ਤੇਰੇ ਜਾਨ ਨਿਸਾਰ ਬੇਸ਼ੁਮਾਰ। ਪਾਕਿਸਤਾਨ ਵਿੱਚੋਂ ਬੇਰੁਜ਼ਗਾਰੀ ਖਤਮ ਕਰਾਂ ਦਾ, ਗੁਰਬਤ ਖਤਮ ਕਰਾਂ ਦਾ, ਤੇ ਮਹਿੰਗ ਭਾਈ ਹੈ ਜਿਹੜੀ ਉਹ ਖਤਮ ਕਰਾਂ ਦਾ। ਸਾਰੀ ਇਮਰਾਨ ਖਾਨ ਤੇ ਨਵਾਜ਼ ਸ਼ਰੀਫ ਤੇ ਆਸਫ ਅਲੀ ਜ਼ਰਦਾਰੀ ਨਹੀਂ ਖਤਮ ਕਰ ਸਕੇ, ਤੁਸੀਂ ਕਿੰਜ ਕਰ ਲੋਗੇ? ਅਗਰ ਕੋਈ ਅੱਛਾ ਨੁਮਾਇੰਦਾ ਜਾ ਕੇ ਨੁਮਾਇੰਦਗੀ ਕਰੇ ਅਸੈਂਬਲੀ ਹਾਲ ਵਿੱਚ ਤੇ ਹੋ ਸਕਦੀ ਹੈ, ਕਿਉਂ ਨਹੀਂ ਹੋ ਸਕਦੀ? ਜਿਨ੍ਹਾਂ ਨੂੰ ਰੇਟ ਪਤਾ ਹੋਣ ਕਿ ਕੀ ਰੇਟ ਹੈ ਆਲੂ ਦਾ, ਪਿਆਜ਼ ਦਾ। ਤੇ ਮੈਂ ਆਸਫ ਅਲੀ ਜ਼ਰਦਾਰੀ ਸਾਹਿਬ ਦੀ ਗੱਲ ਕਰਾਂ ਦਾ, ਮੀਆਂ ਨਵਾਜ਼ ਸ਼ਰੀਫ ਸਾਹਿਬ ਦੀ ਗੱਲ ਕਰਾਂ ਦਾ, ਆਪਣੇ ਹਲਕੇ ਦੇ ਜਨਾਬ ਕਮਰਜ਼ਮਾਨ ਕਹਿਰਾ ਸਾਹਿਬ ਦੀ ਗੱਲ ਕਰਾਂ ਦਾ, ਫੈਜ਼ ਹਸਨ ਸ਼ਾਹ ਸਾਹਿਬ ਦੀ ਗੱਲ ਕਰਾਂ ਦਾ, ਸ਼ੋਇਬ ਜਾਫਰ ਸਾਹਿਬ ਦੀ ਗੱਲ ਕਰਾਂ ਦਾ। ਇਹਨਾਂ ਨੇ ਮਾਰਕੀਟ ਵਿੱਚ ਜਾ ਕੇ ਆਪੂ ਕੋਈ ਸ਼ੈ ਨਹੀਂ ਖਰੀਦਣੀ। ਇਹਨਾਂ ਨੇ ਮੁਲਾਜ਼ਮ ਰੱਖੇ ਨੇ, ਇਹਨਾਂ ਨੂੰ ਕੀ ਪਤਾ ਆਲੂ ਦਾ ਰੇਟ ਕੀ ਹੈ, ਆਟੇ ਦਾ ਰੇਟ ਕੀ ਹੈ, ਪਿਆਜ਼ ਦਾ ਕੀ ਹੈ, ਚੀਨੀ ਦਾ ਕੀ ਹੈ, ਲੂਣ ਮਿਰਚਾਂ ਦਾ ਕੀ ਹੈ। ਇਹਨਾਂ ਨੇ ਮੁਲਾਜ਼ਮ ਰੱਖੇ ਨੇ, ਠੀਕ ਹੈ। ਉਹ ਇਹਨਾਂ ਦੀ ਆ ਕੇ ਆਟਿਆ ਖਰੀਦ ਲੈਂਦੇ, ਨਾ ਹੀ ਰੇਟ ਕਰਦੇ ਨੇ, ਔਰ ਨਾ ਹੀ ਕੁਛ। ਮੈਂ ਇਨਸ਼ਾਅੱਲਾ ਆਪੂ ਮਾਰਕੀਟ ਵਿੱਚ ਜਾਣਾ। ਕੱਲ ਮੈਂ ਮਿਸਟਰ ਬੁੱਕ ਦੇ ਗਿਆ, ਇੱਕ ਬੁੱਕ ਚਾਹੀਦੀ ਸੀ, ਤੇ ਉਹਨੂੰ ਮੈਂ ਦੱਸਿਆ, ਤੇ ਉਹਨੇ ਮੈਨੂੰ 120 ਰੁਪਏ ਰੈਸਟ ਕੀਤੀ ਹੈ, ਗੁੰਜਾਇਸ਼ ਕੀਤੀ ਹੈ। ਤੇ ਉਹਨੂੰ ਮੈਂ ਦੱਸਿਆ ਅਗਰ ਤੁਸੀਂ ਅੱਛਾ ਨੁਮਾਇੰਦਾ ਜਿਹੜਾ
ਉਹਨੂੰ ਵੋਟ ਦੇ ਕੇ ਤੁਸੀਂ ਉਹਨੂੰ ਅਸੈਂਬਲੀ ਹਾਲ ਵਿੱਚ ਭੇਜੋ ਦੇ ਤੇ ਮਹਿੰਗਾਈ ਦਾ ਜ਼ਰੂਰ ਕੰਟਰੋਲ ਹੋਵੇਗਾ, ਜਿਹਨੂੰ ਇਸ ਚੀਜ਼ ਦਾ ਪਤਾ ਹੋਵੇਗਾ ਬਈ ਮਾਰਕੀਟ ਵਿੱਚ ਕਿਹੜੀ ਚੀਜ਼ ਦਾ ਕੀ ਰੇਟ ਚੱਲ ਰਿਹਾ। ਸਾਹਮਣੇ ਤੁਹਾਨੂੰ ਇਸ ਵੇਲੇ ਪੂਰਾ ਪਾਕਿਸਤਾਨ ਵੇਖ ਰਿਹਾ, ਕੋਈ ਐਨੇ 70 ਦੀ ਆਵਾਮ ਨੂੰ ਕੋਈ ਪੈਗਾਮ? ਆਵਾਮ ਨੂੰ ਮੇਰਾ ਇਹੀ ਮੈਸੇਜ ਹੈ, ਬਿਲਕੁਲ ਤੁਹਾਨੂੰ ਡਰਨ ਦੀ ਝਕਣ ਦੀ ਲੋੜ ਨਹੀਂ ਹੈ ਵੀ ਜ਼ਿੰਦਗੀ ਮੌਤ ਅੱਲਾ ਕੋਲ ਹੈ। ਤੇ ਤੁਹਾਡਾ ਮਜ਼ਦੂਰ ਭਰਾ, ਤੁਹਾਡਾ ਗਰੀਬ ਭਰਾ ਸਾਹਮਣੇ ਆਇਆ ਤੇ ਇਹਨੂੰ ਵੋਟ ਦੇ ਕੇ ਕਾਮਯਾਬ ਕਰੋ। ਔਰ ਦੂਜੇ ਨੇ ਜਿਹੜੇ 70 ਸਾਲ ਤੋਂ ਅਸੀਂ ਵੇਖ ਰਹੇ ਹਾਂ, ਵੱਡੇ ਵੱਡੇ ਜਿਹੜੇ ਚੌਧਰੀ ਨੇ, ਜਿਨ੍ਹਾਂ ਕੋਲ ਲੈਂਡ ਕਰੋਜ਼ਰਾਂ ਨੇ, ਜਿਨ੍ਹਾਂ ਕੋਲੇ ਕੋਠੀਆਂ ਨੇ, ਡਾਲੇ ਨੇ, ਉਹਨਾਂ ਨੂੰ ਵੋਟ ਦੇ ਦੇ ਕੇ ਅਸੀਂ ਅੱਕ ਗਏ ਹਾਂ। ਤੇ ਇੱਕ ਵਾਰੀ ਮਨੂੰ ਗਰੀਬ ਨੂੰ ਮੌਕਾ ਦੇ ਕੇ ਜਮਾਓ, इंशाल्लाह अल्लाह दे हुक्म नाल मैं सारी ज़िंदगी तुहाडी खिदमत करांगा। क्या बात। ये थे नाजरीन मेरे साथ NA-70 के उम्मीदवार बराए MNA, जिन्होंने पहले अपनी पार्टी की तरफ से इलेक्शन टिकट जो है इनको मिला। इन्होंने इलेक्शन कमीशन में जाके अपना यानी कि फ़ीस वगैरह जमा कराई और MNA के उम्मीदवार के तौर पर सामने आए। लेकिन अब इन्होंने कहा है कि मैं आवाम की बेहतरी के लिए, आम आदमी की भलाई के लिए अब आज़ाद इलेक्शन लड़ूंगा, ताकि कोई ये ना कहे कि इसको पार्टी की कोई सपोर्ट है। अपने बल पर टफ टाइम जितनी भी पार्टी है उनको दूंगा। ये तो आने वाला वक्त बताएगा कि NA-70 में ये किस कदर कामयाब होते हैं। लेकिन एक बिल्कुल मतवसत तबके का मजदूर फैमिली का बंदा उठकर अगर MNA का इलेक्शन में पार्टिसिपेट कर रहा है तो ये यकीनन एक बेहतरीन और बहुत अच्छी बात है। ਦੀ ਤੇ ਮੈਂ ਇਨਸ਼ਾਅੱਲਾ ਪਿੰਡਾਂ ਵਿੱਚ ਜਾ ਰਿਹਾ ਤੇ ਕੋਈ ਡਰਾਈਵਰ ਨਹੀਂ ਰੱਖਿਆ ਵੀ ਮੈਂ ਆਪੂ ਡਰਾਈਵਰ ਆਪੂ ਗੱਡੀ ਚਲਾ ਕੇ ਜਾਣਾ ਤੇ ਇਹ ਮੇਰੇ ਭੈਣ ਭਰਾ ਨੇ ਤੇ ਇਹ ਵੋਟ ਮੰਗਦੇ ਨੇ ਮੇਰੇ ਤੇ ਮੈਂ ਆਪੂ ਹੀ ਗੱਡੀ ਹੈ ਜਿਹੜੀ ਇਨਸ਼ਾਅੱਲਾ ਚਲਾ ਕੇ ਜਾਵਾਂਗਾ ਔਰ MNA ਬਣ ਕੇ ਵੀ ਆਪੂ ਹੀ ਗੱਡੀ ਕਿਹੜੀ ਜਗ੍ਹਾ 'ਚ ਇੰਤਜ਼ਾਰ ਹੋ ਰਿਹਾ ਤੁਹਾਡਾ? ਜੀ ਤਕਰੀਬਨ 5-6 ਪਿੰਡਾਂ ਵਿੱਚ ਸਾਡੀ ਅੱਜ ਦੀ ਮੀਟਿੰਗ ਹੈ ਜਿਹੜੀ ਫਿਕਸ ਹੋਈ ਹੈ, ਜਿਹਦੇ 'ਚ ਬਰਨਾਲੀ ਤੇ ਉੱਥੇ ਖਿਤਾਬ ਵੀ ਹੈ ਤੁਹਾਡਾ? ਜੀ ਜੀ ਬਿਲਕੁਲ, ਨੂਨਾਲੀ, ਗੰਜਾ, ਮੁਗਲੀਆਲ, ਚੱਕ ਖਲਾਸ ਔਰ ਚੱਕ ਸਿਕੰਦਰ।